बेसुमार अथाह अगणत तोलै। जो बुलावहो त्यो नानक दास बोलै। वाहिगुरु जी का खालसा वाहिगुरु जी की फतेह। सतगुरां दी साजी नवाजी परम प्रीतवान गुरु प्यारे गुरु सवारी साध संगत जी। पतित पावन भगत वछल किरपा दे खजाने सतगुरु धन धन साहिब श्री गुरु ग्रंथ साहिब महाराज सच्चे पातशाह जी की हाजिर हजूरी अंदर बड़े ही अदब प्यार सत्कार दे सहित आप जी संगत रूप में जुड़ बैठे हो। वड्डियां भागां सदका आ वेला नसीब होया है। इस समय नूं सफला करन वास्ते गुरु चरनां विच एकाग्रता दे सहित जुड़ के बैठीए। दुनियावी गल्लां बातां नूं त्यागदे होए, दुनियावी फुरनिਆਂ ਨੂੰ संकोचदे होए गुरु शब्द दे विच मन नूं टकाईए। गुरु शब्द दे विच अपनी सुरत नूं टका के सतगुरां दे उपदेश नूं समझ के निर्मल हिरदिਆਂ दे विच वसाउण दी किरपालता करिए। सतगुरु दा उपदेश जदों साडे मलीन हिरदिਆਂ विच जावेगा तो साध संगत जी साडे हिरदिਆਂ नूं निर्मल कर देवेगा। सतगुरु जी दा वचन मनना ये हर एक गुरसिख माई भाई वास्ते ही नहीं बल्कि हर एक प्राणी मात्र वास्ते अति लाभदायक है। जिहड़ा कोई सतगुरु जी का वचन मन के कमा लैंदा है। सतगुरु जी की बाणी दे वचन हन सुनिया मन्निया मन कीता भाव अंतरगत तीर्थ मल नहाओ। ਉਹਨੂੰ ਅੰਤਰਗਤ ਹੀ 68 ਤੀਰਥਾਂ ਦੇ ਫਲ ਦੇ ਮਹਾਤਮ ਦੇ ਪ੍ਰਾਪਤੀ ਹੋ ਜਾਂਦੀ ਹੈ। ਜਗ੍ਹਾ ਜਗ੍ਹਾ ਦੇ ਉੱਤੇ ਤੀਰਥ ਭਰਮਣ ਕਰਨ ਦੇ ਲਈ ਤੀਰਥ ਯਾਤਰਾ ਕਰਨ ਦੇ ਲਈ ਨਹੀਂ ਜਾਣਾ ਪੈਂਦਾ। ਗੁਰਬਾਣੀ ਨੇ ਤੀਰਥਾਂ ਦੇ ਉੱਤੇ ਯਾਤਰਾ ਕਰਨ ਨੂੰ ਨਕਾਰਿਆ ਨਹੀਂ ਹੈ। ਕਈ ਵਾਰ ਅਸੀਂ ਗੁਰਬਾਣੀ ਦੀਆਂ ਕੁਝ ਕੁ ਤੁਕਾਂ ਚੁੱਕ ਕੇ ਤੇ ਪੂਰਨ ਤੌਰ ਤੇ ਖੰਡਨ ਕਰਨ ਲੱਗ ਪੈਂਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤੀਰਥਾਂ ਉੱਤੇ ਜਾਣ ਤੋਂ ਮਨਾ ਨਹੀਂ ਕੀਤਾ, ਪਰ ਤੀਰਥਾਂ ਦੇ ਉੱਤੇ ਜਾ ਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜਨਾ, ਸਿਰਫ ਫੋਕੇ ਕਰਮ ਕਾਂਡਾਂ ਦੇ ਵਿੱਚ ਹੀ ਨਾ ਰਹਿਣਾ। ਔਰ ਕਰਮ ਕਾਂਡ ਦੀ ਵੀ ਪਰਿਭਾਸ਼ਾ ਅਸੀਂ ਅੱਜ ਬਹੁਤ ਬਦਲ ਦਿੱਤੀ ਹੈ। ਜਦੋਂ ਅਸੀਂ ਕਰਮ ਕਾਂਡ ਦੀ ਗੱਲ ਕਰਦੇ ਹਾਂ ਤਾਂ ਇੱਕਦਮ ਸਾਡੇ ਮਨਾਂ ਦੇ ਵਿੱਚ ਇਹ ਗੱਲ ਭਰ ਦਿੱਤੀ ਗਈ ਹੈ ਕਿ ਜੀ ਜਿਹੜਾ ਕਰਮ ਕਾਂਡ ਹੈ ਇਹ ਤਾਂ ਪਖੰਡਵਾਦ ਦਾ ਨਾਂ ਹੈ। ਵੇਦਾਂ ਦੇ 3 ਹਿੱਸੇ ਹਨ। ਕਰਮ ਕਾਂਡ ਹੈ, ਉਪਾਸ਼ਨਾ ਕਾਂਡ ਹੈ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜਾ ਕਰਮ ਕਾਂਡ ਹੈ, ਗਿਆਨ ਕਾਂਡ, ਇਹ 3 ਹਿੱਸੇ ਵੇਦਾਂ ਦੇ ਹਨ। ਗਿਆਨ, ਕਰਮ ਅਤੇ ਉਪਾਸ਼ਨਾ। ਸਭ ਤੋਂ ਪਹਿਲਾਂ ਮਨੁੱਖ ਨੂੰ ਕਰਮ ਹੀ ਕਰਨਾ ਪੈਂਦਾ ਹੈ। ਕਰਮ ਕਹਿ ਲਓ, ਕੰਮ ਕਹਿ ਲਓ, ਸੇਵਾ ਕਹਿ ਲਓ। ਸਰੀਰ ਦੇ ਰਾਹੀਂ ਕੋਈ ਵੀ ਕੀਤਾ ਗਿਆ ਕੰਮ ਉਸ ਨੂੰ ਕਰਮ ਕਾਂਡ ਕਿਹਾ ਜਾਂਦਾ ਹੈ। ਕਰਮ ਕਾਂਡ ਤੋਂ ਭਾਵ ਪਖੰਡਵਾਦ ਨਹੀਂ ਹੈ। ਅੱਜ ਬਹੁਤੀ ਕੱਟੜਤਾ ਫੈਲਾ ਕੇ ਇਹ ਕਰਮ ਕਾਂਡ ਸ਼ਬਦ ਨੂੰ ਵੀ ਇੰਨਾ ਕੁ ਕਲੰਕਿਤ ਕਰ ਦਿੱਤਾ ਗਿਆ ਕਿ ਜਦੋਂ ਕੋਈ ਕਰਮ ਕਾਂਡ ਦਾ ਨਾਂ ਲੈਂਦਾ ਤਾਂ ਇੱਕਦਮ ਸਾਡੇ ਮਨ ਦੇ ਵਿੱਚ ਨਕਸ਼ਾ ਬਣਦਾ ਹੈ ਕਿ ਸ਼ਾਇਦ ਇਹ ਪਖੰਡਵਾਦ ਦੀ ਗੱਲ ਕੀਤੀ ਜਾ ਰਹੀ ਹੈ। ਨਹੀਂ ਭਾਈ, ਕਰਮ ਕਾਂਡ ਦਾ ਜਿਹੜਾ ਅਰਥ ਹੈ ਨਾ, ਇਹ ਸਮਝਣਾ ਹੈ ਕਰਮ ਨਾਮ ਸਰੀਰ ਦਾ ਵੀ ਹੈ, ਕਾਂਡ ਨਾਮ ਅਧਿਆਏ ਦਾ, ਭਾਗ ਦਾ, ਹਿੱਸੇ ਦਾ। ਜਿਵੇਂ ਆਪਾਂ ਕੋਈ ਧਾਰਮਿਕ ਪੁਸਤਕ ਪੜ੍ਹਦੇ ਹਾਂ, ਦੁਨਿਆਵੀ ਕਿਤਾਬ ਪੜ੍ਹਦੇ ਹਾਂ, ਉਹਦੇ ਵਿੱਚ ਵੱਖਰੇ ਵੱਖਰੇ ਕਾਂਡ ਦਿੱਤੇ ਹੁੰਦੇ ਆ ਵੀ ਆਹ ਪਹਿਲਾ ਹਿੱਸਾ, ਆਹ ਦੂਜਾ ਕਾਂਡ, ਆਹ ਤੀਜਾ ਕਾਂਡ। ਇਸੇ ਤਰ੍ਹਾਂ ਕਰਮ ਨਾਮ ਸਰੀਰ ਦਾ ਹੈ। ਸਰੀਰ ਦੇ ਰਾਹੀਂ ਜੋ ਕਰਮ ਕੀਤੇ ਜਾਂਦੇ ਹੈ, ਸਰੀਰ ਦੇ ਵੱਖ ਵੱਖ ਅੰਗ ਜਿਹੜੇ ਕਰਮ ਕਰਦੇ ਹੈ,
ਸਰੀਰ ਦੇ ਕਿਸੇ ਵੀ ਹਿੱਸੇ ਦੁਆਰਾ ਕੀਤਾ ਗਿਆ ਜਿਹੜਾ ਕਰਮ ਹੈ ਉਹਦਾ ਨਾਮ ਕਰਮਕਾਂਡ ਹੈ। ਔਰ ਸਤਿਗੁਰੂ ਜੀ ਕਹਿੰਦੇ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੀਰਥਾਂ ਦੇ ਉੱਤੇ ਨਹਾਉਣ ਜਾਓ, ਕੋਈ ਮਨਾਹੀ ਨਹੀਂ, ਪਰ ਉੱਥੇ ਜਾ ਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ, ਨਾਮ ਦੇ ਧਾਰਨੀ ਹੋਣਾ। ਤੇ ਜਦੋਂ ਕੋਈ ਗੁਰੂ ਕਾ ਸਿੱਖ ਗੁਰੂ ਕੇ ਇੱਕ ਵੀ ਬਚਨ ਨੂੰ ਮੰਨ ਲੈਂਦਾ ਹੈ, ਮੰਨ ਕੇ ਕਮਾ ਲੈਂਦਾ ਹੈ, ਜੀਵਨ ਦੇ ਵਿੱਚ ਅਪਲਾਈ ਕਰ ਲੈਂਦਾ ਆਪਣੀ ਲਾਈਫ ਦੇ ਵਿੱਚ, ਤੇ ਉਸ ਨੂੰ ਉਹਨਾਂ ਤੀਰਥਾਂ ਦੇ ਉੱਤੇ ਜਾ ਕੇ 68 ਤੀਰਥਾਂ ਦੇ ਉੱਤੇ ਭਰਮਣ ਕਰਨ ਕਰਕੇ ਜੋ ਫਲ ਮਿਲਦਾ ਹੈ, ਤੋ ਬਚਨ ਮੰਨਣ ਵਾਲੇ ਗੁਰਸਿੱਖ ਨੂੰ ਪਲਾਂ ਛਿਨਾਂ ਦੇ ਵਿੱਚ ਸਤਿਗੁਰੂ ਦਾ ਇੱਕ ਬਚਨ ਮੰਨਣ ਦੇ ਨਾਲ ਹੀ ਉਸ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਜੇ ਤੀਰਥਾਂ ਉੱਤੇ ਜਾਣ ਦਾ ਮਹਾਤਮ ਨਾ ਹੁੰਦਾ ਤੇ ਫਿਰ ਸਤਿਗੁਰੂ ਜੀ ਕਿਉਂ ਤੁਲਨਾ ਕਰਦੇ ਵੀ ਜਿਹੜਾ 68 ਤੀਰਥਾਂ ਦਾ ਫਲ ਹੈ ਤਾਂ ਹੀ ਲਿਖਿਆ ਨਾ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਤ ਤੀਰਥ ਮਲ ਨਹਾਓ। ਜਦੋਂ ਭਾਵਨਾ ਦੇ ਨਾਲ ਸੁਣਿਆ, ਸੁਣ ਕੇ ਮੰਨ ਲਿਆ, ਮੰਨ ਕੇ ਕਮਾ ਲਿਆ। ਜਪਜੀ ਸਾਹਿਬ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 4 ਪੌੜੀਆਂ ਸੁਣਨ ਦਾ ਮਹਾਤਮ ਦੱਸਿਆ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ। ਸੁਣਿਆ ਸੁਣਨ ਦੇ ਨਾਲ, ਸੁਣਨ ਕਰਕੇ, ਸੁਣਨ ਦੇ ਦੁਆਰਾ ਇਹ ਪ੍ਰਾਪਤੀਆਂ ਹੁੰਦੀਆਂ। 4 ਪੌੜੀਆਂ। ਵੱਡੇ ਵੱਡੇ ਸਿੱਧ ਪੀਰ ਨਾਥ ਕਿਵੇਂ ਬਣਦੇ ਆ? ਪਹਿਲਾਂ ਸੁਣਦੇ ਆ ਗੁਰੂ ਜੀ ਦੇ ਸ਼ਬਦ ਨੂੰ, ਔਰ ਸਾਰੇ ਧਰਤੀ ਧੌਲ ਆਕਾਸ਼ ਸਾਰੇ ਉਹ ਵਾਹਿਗੁਰੂ ਪਰਮੇਸ਼ਰ ਦੇ ਸ਼ਬਦ ਨੂੰ ਸੁਣ ਰਹੇ ਆ, ਬਚਨ ਨੂੰ ਸੁਣ ਰਹੇ ਹਨ। ਔਰ ਗੁਰੂ ਕੇ ਸਿੱਖ ਵਾਸਤੇ ਵੀ ਸਤਿਗੁਰੂ ਜੀ ਨੇ ਪਹਿਲਾਂ ਸੁਣਿਆ, ਫਿਰ ਸੁਣ ਕੇ ਮੰਨਣਾ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ। ਜਿਹਨੇ ਗੁਰੂ ਕਾ ਬਚਨ ਮੰਨ ਲਿਆ ਉਹਦੀ ਗਤੀ, ਉਹਦੀ ਦਸ਼ਾ, ਉਹਦੀ ਅਵਸਥਾ ਕਹਿਣ ਕਰਨ ਤੋਂ ਬਾਹਰ ਹੀ ਹੋ ਜਾਂਦੀ ਹੈ, ਕਥਨ ਨਹੀਂ ਕੀਤਾ ਜਾ ਸਕਦਾ। ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ। ਇਸੇ ਤਰ੍ਹਾਂ ਮੰਨੈ ਸੁਰਤ ਹੋਇ ਮਨ ਬੁੱਧ, ਮੰਨੈ ਮਾਰਗ ਠਾਕ ਨਾ ਪਾਏ। ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ। ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵੈ ਨਾ ਭਿਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪਹਿਲਾ ਮੰਮੇ ਦੇ ਉੱਤੇ ਟਿੱਪੀ ਨਾਲ ਪਾਠ ਕਰਨਾ ਹੈ ਮਨ, ਦੂਸਰਾ ਪਾਠ ਪੋਲਾ ਹੀ ਉਚਾਰਨ ਕਰਨਾ ਹੈ ਮਨ। ਜਿਹੜਾ ਆਪਾਂ ਕਹਿੰਦੇ ਸਾਡਾ ਮਨ ਨਹੀਂ ਮੰਨਦਾ, ਸਾਡਾ ਮਨ ਮੰਨਦਾ, ਸਾਡਾ ਮਨ ਆਹ ਕਰਦਾ, ਉਹ ਅਰਥ ਹੈ ਇੱਥੇ। ਪਹਿਲਾ ਮਨ ਮੰਨ ਲੈਣਾ, ਮੰਨਣ ਦੀ ਕਿਰਿਆ ਹੈ। ਜਿਸ ਵੀ ਗੁਰੂ ਕੇ ਸਿੱਖ ਨੇ ਸਤਿਗੁਰੂ ਜੀ ਦੇ ਬਚਨ ਨੂੰ ਸੁਣਿਆ, ਸੁਣ ਕੇ ਮੰਨ ਲਿਆ ਤੇ ਮੰਨ ਕੇ ਕਮਾ ਲਿਆ, ਫਿਰ ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੋਹੈ ਹੈ ਦਰ ਰਾਜਾ। ਉਹ ਪ੍ਰਵਾਨ ਹੋ ਜਾਂਦੇ ਹੈ ਪਰਮਾਤਮਾ ਦੀ ਦਰਗਾਹ ਦੇ ਵਿੱਚ। ਤੋ ਸਤਿਗੁਰੂ ਜੀ ਨੇ ਸਾਨੂੰ ਇਹ ਜੋ ਧੁਰ ਕੀ ਬਾਣੀ ਇਸ ਦੁਨੀਆ ਦੇ ਉੱਤੇ ਬਖਸ਼ਿਸ਼ ਕੀਤੀ ਹੈ, ਆ ਸਾਡੇ ਮਨੁੱਖਾ ਜਨਮ ਦਾ ਪ੍ਰਯੋਜਨ ਸਮਝਾਉਣ ਵਾਸਤੇ। ਉਹ ਭਾਈ ਤੂੰ ਆਇਆ ਕਾਹਦੇ ਵਾਸਤੇ ਹੈ, ਤੈਨੂੰ ਆ ਕੇ ਇੱਥੇ ਕਰਨਾ ਕੀ ਚਾਹੀਦਾ ਤੇ ਤੂੰ ਕਰ ਕੀ ਰਿਹਾ ਹੈ, ਇਹੀ ਗੱਲਾਂ ਸਮਝਾਉਂਦੀ ਹੈ ਨਾ ਗੁਰੂ ਕੀ ਬਾਣੀ। ਸਾਡੇ ਜੀਵਨ ਦਾ ਮਨੋਰਥ ਦੱਸਦੀ ਹੈ। ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੈ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਤੂੰ ਨਾਮ ਜਪਣ ਦੇ ਵਾਸਤੇ, ਪ੍ਰਮਾਤਮਾ ਦੀ ਬੰਦਗੀ ਕਰਨ ਵਾਸਤੇ, ਪਰ ਉਪਕਾਰ ਕਰਨ ਵਾਸਤੇ ਆ ਜਨਮ ਧਾਰਿਆ। ਆਨੰਦ ਸਾਹਿਬ ਪੜ੍ਹਦੇ ਹਾਂ, ਸਤਿਗੁਰੂ ਜੀ ਸਾਨੂੰ ਇੱਕ ਵਾਰ ਫੇਰ ਸੁਚੇਤ ਕਰਦੇ ਆ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਤੂੰ ਸੰਸਾਰ ਦੇ ਵਿੱਚ ਆ ਗਿਆ ਹੈ ਤੇ ਤੂੰ ਕੈਸੇ ਕਰਮ ਕਮਾ ਰਿਹਾ? ਜਿਸ ਕਰਮ ਦੇ ਕਰਨ ਵਾਸਤੇ ਤੈਨੂੰ ਭੇਜਿਆ ਸੀ, ਕੀ ਉਹ ਕਰਮ ਤੂੰ ਕਮਾ ਰਿਹਾ ਹੈ? ਜਿਹੜਾ ਕਾਰਜ ਕਰਨ ਦੀ ਤੇਰੀ ਡਿਊਟੀ ਲਾਈ ਸੀ, ਕੀ ਉਹ ਡਿਊਟੀ ਨੂੰ ਬਾਖੂਬੀ ਨਿਭਾਇਆ? ਕੀ ਜ਼ਿੰਮੇਵਾਰੀ ਪ੍ਰਤੀ ਤੂੰ ਜ਼ਿੰਮੇਵਾਰ ਹੋਇਆ ਜਾਂ ਅਵੇਸਲਾ ਤਾਂ ਨਹੀਂ ਰਹਿ ਗਿਆ? ਕਿਉਂਕਿ ਸੰਸਾਰ ਵਿੱਚ ਸਮਾਂ ਜਿਹੜਾ ਇਹ ਸੀਮਤ ਦਿੱਤਾ ਵਾਹਿਗੁਰੂ ਨੇ।
ਸਾਨੂੰ ਨਹੀਂ ਪਤਾ ਕਿਸੇ ਨੂੰ ਵੀ ਕਿਸ ਨੂੰ ਕਿੰਨਾ ਦਿੱਤਾ, ਪਰ ਵਾਹਿਗੁਰੂ ਨੇ ਆਪਣੇ ਵੱਲੋਂ ਸਵਾਸ ਵੀ ਗਿਣ ਕੇ ਪਾਏ ਹੈ। ਅਤੇ ਇਹ ਜਿਹੜਾ ਸਮਾਂ ਹੈ ਸਾਧ ਸੰਗਤ ਜੀ, ਉਹ ਵੀ ਸਾਨੂੰ ਮਿਣਿਆ ਤੋਲਿਆ ਮਿਲਿਆ ਹੈ। ਨਾ ਤਾਂ ਕੋਈ ਰਾਈ ਮਾਤਰ ਵੱਧ ਸਵਾਸ ਲੈ ਸਕਦਾ ਇਹ ਦੁਨੀਆ ਦੇ ਉੱਤੇ, ਅਤੇ ਨਾ ਹੀ ਰਾਈ ਮਾਤਰ ਕੋਈ ਘੱਟ ਕਰ ਸਕਦਾ ਹੈ। ਜਿਸ ਦੇ ਜਿੰਨੇ ਸਵਾਸ ਲਿਖ ਦਿੱਤੇ ਸਾਧ ਸੰਗਤ ਜੀ, ਉਹਨੇ ਓਨੇ ਪੂਰੇ ਹਰ ਹੀਲੇ ਕਰਨੇ ਹੀ ਕਰਨੇ ਹੈ। ਸਤਿਗੁਰੂ ਜੀ ਦੀ ਬਾਣੀ ਦੇ ਬਚਨ ਹਨ, ngਣ ਘਾਲੇ ਸਭ ਦਿਵਸ ਸਾਸ, ਨਹਿ ਵੱਢਣ ਘਟਣ ਤਿਲ ਸਾਰ। ਵਾਹਿਗੁਰੂ ਪਰਮੇਸ਼ਰ ਨੇ ਗਿਣਤੀ ਕਰਕੇ ਸਾਰੇ ਦਿਨ ਅਤੇ ਸਾਰੇ ਸਵਾਸ ਪਾਏ ਹੈ ਸਾਡੇ ਲੇਖੇ ਦੇ ਵਿੱਚ, ਆ ਸਰੀਰ ਦੇ ਵਿੱਚ ਸਵਾਸ ਪਾਏ ਹੈ, ਔਰ ਨਾ ਇਹਨਾਂ ਵਿੱਚ ਵਾਧਾ ਹੋ ਸਕਦਾ ਨਾ ਘਾਟਾ ਹੋ ਸਕਦਾ ਹੈ। ਇਸ ਕਰਕੇ ਸਮਾਂ ਸੀਮਤ ਹੈ। ਇਹ ਸਮੇਂ ਨੂੰ ਸਫਲਿਆਂ ਕਰਨ ਵਾਸਤੇ ਉਮਰ ਊਹਾਂ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਜਰੇ। ਨਹੀਂ ਤਾਂ ਸਾਨੂੰ ਹਾਸਲ ਕੀ ਹੈ ਵਿੱਚ ਇਸ ਨੀਲੇ ਹੁਜਰੇ, ਸੰਝ ਤੇ ਫਜਰੇ। ਸਵੇਰੇ ਸ਼ਾਮ ਅਸੀਂ ਕੀ ਹਾਸਲ ਕਰਦੇ ਹਾਂ? ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਰੋਜ਼ਾਨਾ ਜੇ ਵਾਚ ਕੇ ਵੇਖੀਏ, ਰਾਤ ਨੂੰ ਜਦੋਂ ਆਰਾਮ ਕਰਨ ਲੱਗਦੇ ਹਾਂ, ਸੌਣ ਲੱਗਦੇ ਹਾਂ, ਉਸ ਵੇਲੇ ਖਿਆਲ ਕਰੀਏ ਅੱਜ ਦਿਨ ਵਿੱਚ ਕਿੰਨੇ ਪੁੰਨ ਕਰਮ ਕੀਤੇ, ਕਿੰਨਿਆਂ ਦਾ ਭਲਾ ਕੀਤਾ ਔਰ ਮਾੜੇ ਕਿੰਨੇ ਕੀਤੇ, ਕਿੰਨਿਆਂ ਦਾ ਦਿਲ ਦੁਖਾਇਆ, ਕਿੰਨਿਆਂ ਨੂੰ ਆ ਜ਼ੁਬਾਨ ਤੋਂ ਫਿੱਕੇ ਬਚਨ ਬੋਲੇ, ਕੌੜੇ ਬਚਨ ਬੋਲੇ। ਇਹ ਸਾਰਾ ਲੇਖਾ ਜੋਖਾ ਜੇ ਸ਼ਾਮ ਨੂੰ ਕਰੀਏ ਤਾਂ ਸਾਧ ਸੰਗਤ ਜੀ ਇੱਦਾਂ ਕਰਦਿਆਂ ਕਰਦਿਆਂ ਹੌਲੀ ਹੌਲੀ ਸਾਡੇ ਮਨ ਦੇ ਵਿੱਚ ਜਿਹੜੇ ਆ, ਸਾਡੇ ਹਿਰਦੇ ਦੇ ਵਿੱਚ, ਸਾਡੇ ਸਰੀਰ ਦੇ ਵਿੱਚ ਜਿਹੜੇ ਚੰਗੇ ਕਰਮਾਂ ਦਾ ਜ਼ਿਆਦਾ ਵਾਸਾ ਹੋ ਜਾਏਗਾ। ਮਾੜੇ ਕਰਮ ਹੌਲੀ ਹੌਲੀ ਘਟਦੇ ਘਟਦੇ ਖਤਮ ਹੋ ਜਾਣਗੇ। ਇਸ ਤਰੀਕੇ ਦੇ ਨਾਲ ਇਹ ਸਵਾਸ ਵੀ ਸਫਲੇ ਹੋਣਗੇ, ਸਾਡਾ ਸਮਾਂ ਸਫਲਾ ਵੀ ਹੋਵੇਗਾ। ਸਾਈ ਘੜੀ ਸੁਲੱਖਣੀ ਸਹੁ ਨਾਲ ਵਿਹਾਵੈ। ਉਹ ਘੜੀਆਂ ਸੁਲੱਖਣੀਆਂ ਜਿਹੜੀਆਂ ਪ੍ਰਮਾਤਮਾ ਪਰਮੇਸ਼ਰ ਦੀ ਉਸਤਤ ਦੇ ਵਿੱਚ, ਉਸ ਦੀ ਵਡਿਆਈ ਵਿੱਚ, ਉਸ ਦੀ ਮਹਿਮਾ ਦੇ ਵਿੱਚ ਸਾਡੀਆਂ ਬਤੀਤ ਹੁੰਦੀਆਂ, ਉਹ ਸਮਾਂ ਸਾਡਾ ਲੇਖੇ ਵਿੱਚ ਲੱਗਦਾ ਹੈ। ਅਤੇ ਜੇ ਸਾਧ ਸੰਗਤ ਜੀ ਅਸੀਂ ਇਹ ਸਮੇਂ ਨੂੰ ਸੰਭਾਲਿਆ ਨਾ, ਧਰਮ ਅਸਥਾਨਾਂ ਦੇ ਉੱਤੇ ਮੰਦਰ ਵੀ ਜਾਂਦੇ ਰਹੇ, ਮਸਜਿਦ ਵੀ ਜਾਂਦੇ ਰਹੇ, ਚਰਚ ਜਾਂਦੇ ਰਹੇ, ਆਪੋ ਆਪਣੇ ਮਤ ਦੇ ਅਨੁਸਾਰ ਸਿੱਖ ਹਾਂ, ਅਤੇ ਗੁਰੂ ਘਰ ਵੀ ਆਉਂਦੇ ਰਹੇ। ਗੁਰੂ ਘਰ ਆ ਕੇ ਵੀ ਨਾ ਸੇਵਾ ਦਾ ਲਾਹਾ ਲਿਆ, ਨਾ ਸਿਮਰਨ ਦਾ ਲਾਹਾ ਲਿਆ। ਸੰਗਤ ਵਿੱਚ ਬਹਿ ਕੇ ਵੀ ਆਪਣੀਆਂ ਦੁਨਿਆਵੀ ਗੱਲਾਂ ਹੀ। ਇਹ ਤਾਂ ਸਾਧ ਸੰਗਤ ਜੀ ਆਮ ਕਹਾਵਤ ਹੈ ਵੀ ਇਹ ਜ਼ਿੰਦਗੀ ਮੁੱਕ ਜਾਂਦੀ ਹੈ, ਇਹ ਗੱਲਾਂ ਨਹੀਂ ਮੁੱਕਦੀਆਂ ਹੁੰਦੀਆਂ। ਇੱਥੇ ਵੀ ਆ ਕੇ ਆਪਾਂ ਉਹੀ ਗੱਲਾਂ ਹੀ ਕਰਦੇ ਰਹਿ ਗਏ, ਅਤੇ ਜਾਂ ਸੌਂ ਕੇ ਹੀ ਸਾਰਾ ਸਮਾਂ ਬਤੀਤ ਜੀਵਨ ਦਾ ਕਰ ਦਿੱਤਾ, ਅਤੇ ਫਿਰ ਸਾਧ ਸੰਗਤ ਸਾਡਾ ਸਮਾਂ ਜਿਹੜਾ ਇਹ ਲੇਖੇ ਵਿੱਚ ਨਹੀਂ ਪਵੇਗਾ, ਅਜਾਈਂ ਚਲਿਆ ਜਾਵੇਗਾ। ਇਹ ਮਨੁੱਖਾ ਜਨਮ ਬਹੁਤ ਦੁਰਲੱਭ ਹੈ। ਦੁਰਲੱਭ ਕਿਉਂ ਹੈ? ਕਿਉਂਕਿ ਵਾਰ-ਵਾਰ ਨਹੀਂ ਮਿਲਦਾ। ਭਗਤ ਕਬੀਰ ਜੀ ਦੀ ਰਸਨਾ ਤੋਂ ਸਤਿਗੁਰੂ ਸਾਹਿਬ ਜੀ ਬਚਨ ਉਚਾਰਨ ਕਰਦੇ ਹਨ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ। ਜਿਉ ਬਨ ਫਲ ਪਾ ਕੇ ਭੋਏ ਰਹਿ, ਬਾਹਰ ਨਾ ਲਾਗੈ ਡਾਰ। ਜਿਵੇਂ ਕਹਿੰਦੇ ਦਰਖਤ ਦੇ ਉੱਤੋਂ ਫਲ ਪੱਕ ਕੇ ਭੂਮੀ ਦੇ ਉੱਤੇ ਡਿੱਗ ਪਵੇ, ਦੁਬਾਰਾ ਉਹ ਟਾਹਣੀ ਦੇ ਨਾਲ ਨਹੀਂ ਜੁੜ ਸਕਦਾ। ਇਸੇ ਤਰ੍ਹਾਂ ਜਦੋਂ ਇਹ ਮਨੁੱਖਾ ਜਨਮ ਦਾ ਸਮਾਂ ਵਿਹਾ ਗਿਆ, ਸਮਾਂ ਲੰਘ ਗਿਆ, ਬਤੀਤ ਹੋ ਗਿਆ, ਤਾਂ ਸਾਧ ਸੰਗਤ ਜੀ ਇਹ ਦੁਬਾਰਾ ਪ੍ਰਾਪਤ ਨਹੀਂ ਹੋਵੇਗਾ। ਦੁਲੰਭ ਜਾਂ ਦੁਰਲੱਭ ਸ਼ਬਦ ਜਿਹੜਾ ਹੈ ਸਾਧ ਸੰਗਤ ਜੀ, ਇਹਦਾ ਅਰਥ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੈ, ਬੜੇ ਵੱਡੇ ਅਰਥ ਸਮੋਈ ਬੈਠਾ ਹੈ। ਦੁਰ ਅਤੇ ਲੱਭ ਦੋ ਸ਼ਬਦਾਂ ਦੇ ਸੁਮੇਲ ਤੋਂ ਦੁਰਲੱਭ ਬਣਿਆ ਹੈ। ਦੁਰ ਨਾਮ ਹੈ ਪੰਜਾਬੀ ਦੇ ਵਿੱਚ ਕਠਿਨ ਦਾ, ਔਖੇ ਦਾ। ਪੰਜਾਬੀ ਵਿੱਚ ਕਿਸੇ ਵੀ ਸ਼ਬਦ ਦੇ ਅੱਗੇ ਜਦੋਂ ਆਪਾਂ ਅਗੇਤਰ ਦੁਰ ਲਾ ਦਿੰਦੇ ਹਾਂ ਨਾ, ਤਾਂ ਉਹਦਾ ਮਤਲਬ ਕਠਿਨ ਜਾਂ ਔਖਾ ਬਣ ਜਾਂਦਾ ਹੈ। ਭੈੜਾ, ਕਠਿਨ, ਔਖਾ। ਜਿਵੇਂ ਆਪਾਂ ਕਹਿੰਦੇ ਦੁਰ ਮੱਤ, ਭੈੜੀ ਮੱਤ, ਦੁਰ ਜਨ, ਭੈੜਾ ਮਨੁੱਖ। ਇਸੇ ਤਰ੍ਹਾਂ ਦੁਰ ਲੱਭ, ਲੱਭ ਕਹੀਏ ਪ੍ਰਾਪਤੀ। ਉਹ ਮਨੁੱਖਾ ਜਨਮ ਜਿਸ ਦੀ ਪ੍ਰਾਪਤੀ ਬੜੀ ਕਠਿਨਤਾ ਦੇ ਨਾਲ ਹੋਈ ਹੈ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ।
ਕਿੰਨੇ ਹੀ ਜਨਮ ਤੇਰੇ ਮਨੁੱਖਾਂ ਦੇ, ਕਿੰਨੇ ਜਨਮ ਪਸ਼ੂਆਂ ਦੇ, ਕਿੰਨੇ ਪੰਛੀਆਂ ਦੇ, ਕਿਤੇ ਮੱਛੀਆਂ ਬਣਿਆ ਤੂੰ, ਕਿਤੇ ਹਾਥੀ ਬਣਿਆ, ਕਿਤੇ ਹਿਰਨ, ਚਾਰ ਪੈਰੇ ਜਾਨਵਰਾਂ ਦੇ ਤੂੰ ਸਰੀਰ ਧਾਰਨ ਕੀਤੇ। ਪਰ ਸਤਿਗੁਰੂ ਜੀ ਕਹਿੰਦੇ ਆਹ ਮਨੁੱਖਾ ਜਨਮ ਜਿਹੜਾ ਮਿਲਿਆ ਨਾ, ਇਹ ਕਾਹਦੇ ਵਾਸਤੇ? ਕਹਿੰਦੇ ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਇਹ ਚਿਰ ਕਾਲ ਤੋਂ ਬਾਅਦ ਤੈਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ ਔਰ ਇਹ ਗੋਬਿੰਦ ਮਿਲਣ ਦੀ ਵਾਰੀ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਗੋਬਿੰਦ ਨੂੰ, ਪਰਮੇਸ਼ਰ ਨੂੰ ਮਿਲਣ ਦੀ ਇਹ ਤੇਰੀ ਵਾਰੀ ਹੈ। ਇਹ ਵਾਰੀ ਨੂੰ ਐਵੇਂ ਨਾ ਗਵਾ। ਜੇ ਐਵੇਂ ਗਵਾ ਦਿੱਤਾ, ਆਪਣੀਆਂ ਸਿਆਣਪਾਂ ਦੇ ਵਿੱਚ ਲੱਗਾ ਰਿਹਾ, ਮੈਂ ਬਹੁਤ ਸਿਆਣਾ, ਨਹੀਂ ਭਾਈ। ਸਤਿਗੁਰੂ ਜੀ ਕਹਿੰਦੇ ਆਹ ਦੁਨੀਆ ਦੇ ਉੱਤੇ ਤਾਂ ਵੱਡੇ ਵੱਡੇ ਸਿਆਣੇ ਕਹਾਉਣ ਵਾਲੇ ਵੀ ਖਾਲੀ ਹੱਥ ਤੁਰ ਗਏ। ਇਸ ਕਰਕੇ ਗੁਰੂ ਦੀ ਮੱਤ ਲੈ ਲਾ। ਗੁਰ ਕੀ ਮੱਤ ਤੂੰ ਲੇਹੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਬਹੁਤ ਸਿਆਣੇ ਕਹਾਉਣ ਵਾਲੇ ਇਸ ਦੁਨੀਆ ਦੇ ਵਿੱਚ ਆ ਕੇ ਆ ਸੰਸਾਰ ਸਮੁੰਦਰ ਦੇ ਵਿੱਚ ਗੋਤੇ ਲਾਉਂਦੇ ਡੁੱਬ ਕੇ ਮਰ ਗਏ। ਖਤਮ ਹੋ ਗਿਆ ਉਹਨਾਂ ਦਾ ਜੀਵਨ ਦਾ ਸਮਾਂ। ਇਸ ਕਰਕੇ ਗੁਰੂ ਦੀ ਮੱਤ ਨੂੰ ਧਾਰਨ ਕਰਨਾ। ਗੁਰੂ ਦੀ ਮੱਤ ਚਾਹੇ ਕੋਈ ਬੱਚਾ ਦੱਸੇ, ਚਾਹੇ ਗੁਰਮਤ ਦਾ ਉਪਦੇਸ਼ ਸਾਨੂੰ ਕੋਈ ਨੌਜਵਾਨ ਦੇਵੇ, ਚਾਹੇ ਕੋਈ ਬਜ਼ੁਰਗ ਦੇਵੇ, ਚਾਹੇ ਕੋਈ ਕਿਸੇ ਸੰਸਥਾ ਦਾ ਮੁਖੀ ਦੇਵੇ, ਤੇ ਚਾਹੇ ਕੋਈ ਆਮ ਗੁਰੂ ਕਾ ਸਿੱਖ ਦੇਵੇ, ਉਹਨੂੰ ਗੁਰੂ ਕਾ ਬਚਨ ਕਹਿ ਕੇ ਸਤ ਕਰਕੇ ਮੰਨਣਾ। ਇਹ ਗੁਰੂ ਕੇ ਸਿੱਖ ਦਾ ਫਰਜ਼ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਬਚਨ ਕਹੇ, ਸੇਵਕ ਜਨ ਸਤ ਕਰਕੇ ਮੰਨ ਲਵੇ, ਗੁਰੂ ਸਾਹਿਬ ਪ੍ਰਤੱਖ ਨਿਸਤਾਰਾ ਕਰ ਦਿੰਦੇ ਹੈ। ਉਸ ਤੋਂ ਪਹਿਲਾ ਜੀਵਨ ਤੇਰਾ ਭਾਵੇਂ ਪਾਪੀਆਂ ਵਾਲਾ ਹੈ, ਚੋਰਾਂ ਵਾਲਾ ਹੈ, ਧਾੜਵੀਆਂ ਵਾਲਾ ਹੈ, ਠੱਗਾਂ ਵਾਲਾ ਹੈ, ਪਰ ਜਿਸ ਵੇਲੇ ਗੁਰੂ ਕਾ ਬਚਨ ਮੰਨਿਆ ਤੇ ਸਾਧ ਸੰਗਤ ਜੀ ਭੂਮੀਆਂ ਚੋਰ ਵੀ ਸੰਤ ਭੂਮੀਆਂ ਬਣ ਜਾਂਦਾ। ਜਿਸ ਵੇਲੇ ਗੁਰੂ ਕਾ ਬਚਨ ਦੇ ਉੱਤੇ ਭਰੋਸਾ ਕਰਕੇ ਜੀਵਨ ਦੇ ਵਿੱਚ ਅਪਣਾ ਲਿਆ, ਉਸ ਵੇਲੇ ਸੱਜਣ ਠੱਗ ਨਹੀਂ ਰਹਿੰਦਾ, ਉਹ ਵੀ ਸੰਤ ਸੱਜਣ ਬਣ ਜਾਂਦਾ। ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਉਹ ਸਾਧ ਸੰਗਤ ਜੀ ਠੱਗ ਵੀ ਗੁਰੂ ਕਾ ਬਚਨ ਮੰਨ ਕੇ ਸੰਤ ਬਣ ਗਏ, ਉਹਨਾਂ ਨੂੰ ਵੀ ਪਰਮ ਪਦਵੀ ਦੀ ਪ੍ਰਾਪਤੀ